प्यारे साथियों, जय भीम, जय भारत, नमो बुद्धा, गुरु फतेह। कल एक विशा परमात्मा ते अकाल पुरख मेरे जहन विच आया और मैं वो तुहाडे नाल साझा कीता। मैं ये समझदा कि जिन्हां लोकां ने ਗਿਆਨ ਤੇ ਟੇਕ ਰੱਖੀ ਹੈ ਉਹ ਆਸਾਨੀ ਨਾਲ ਸੱਚ ਨੂੰ ਸਵੀਕਾਰ ਕਰ ਲੈਂਦੇ ਆ, ਤੇ ਜਿਨ੍ਹਾਂ ਨੇ ਵਿਸ਼ਵਾਸ ਅੰਧ ਵਿਸ਼ਵਾਸ ਤੇ ਟੇਕ ਰੱਖੀ ਹੈ ਉਹਨਾਂ ਨੂੰ ਜਾਂ ਤਾਂ ਬਹੁਤ ਦੇਰ ਲੱਗਦੀ ਹੈ ਸਮਝਣ ਤੇ, ਜਾਂ ਫਿਰ ਉਹ ਵਿਰੋਧੀ ਦੀ ਕਤਾਰ 'ਚ ਖੜੇ ਰਹਿੰਦੇ ਆ। ਇਹ ਵਿਸ਼ਾ ਇੰਨਾ ਛੋਟਾ ਨਹੀਂ ਹੈ, ਇਹ ਵਿਸ਼ਾ ਇੰਨਾ ਮਾਮੂਲੀ ਨਹੀਂ ਹੈ। ਇਹ ਪੂਰੇ ਬ੍ਰਹਿਮੰਡ ਤੇ ਮਨੁੱਖ ਜਿੱਡਾ ਵਿਸ਼ਾ ਹੈ। ਬਾਣੀ ਇਹਦੇ ਬਾਰੇ ਬੜੀ ਸਪਸ਼ਟ ਹੈ ਕਿ ਮਨੁੱਖ ਬ੍ਰਹਿਮੰਡ ਹੈ ਔਰ ਬ੍ਰਹਿਮੰਡ ਮਨੁੱਖ ਹੈ। ਇਹ ਪਰਮਾਤਮਾ ਨਹੀਂ ਹੈ। ਮੈਂ ਤੇ ਜਿਹੜੀ ਗੱਲ ਜੋੜਨੀ ਚਾਹੁੰਦਾ ਹੈ ਕਿ ਬ੍ਰਹਿਮੰਡ ਮਨੁੱਖ ਹੈ, ਮਨੁੱਖ ਬ੍ਰਹਿਮੰਡ ਹੈ, ਪਰ ਇਹ ਪਰਮਾਤਮਾ ਨਹੀਂ ਹੈ। ਇਹ ਅਜੀਬ ਕਿਸਮ ਦੇ ਪ੍ਰਸ਼ਨ ਜਿਹੜੇ ਗਿਆਨ ਦੇ ਸੱਚ ਨਾਲ ਜਾਂ ਬ੍ਰਹਿਮੰਡ ਦੇ ਸੱਚ ਨਾਲ ਜੁੜੇ ਹੋਏ ਆ, ਇਹਨਾਂ ਨੂੰ ਸੁਣਨਾ ਬਹੁਤ ਔਖਾ ਹੈ। ਤੇ ਜਿਹੜੇ ਲੋਕ ਇਹਨੂੰ ਸੁਣਨਾ ਨਹੀਂ ਚਾਹੁੰਦੇ ਉਹਨਾਂ ਲਈ ਜਾਣਨਾ ਬਹੁਤ ਔਖਾ ਹੈ, ਤੇ ਜਿਹੜੇ ਲੋਕ ਜਾਣਨਾ ਨਹੀਂ ਚਾਹੁੰਦੇ ਉਹ ਖੜੋਤੇ ਹੋਏ ਸੜੇ ਪਾਣੀਆਂ ਵਾਂਗ ਹੁੰਦੇ ਆ, ਜਿੱਥੇ ਸਿਰਫ ਬਦਬੂ ਉੱਡਦੀ ਹੈ, ਪਰਿਵਰਤਨ ਨਹੀਂ ਹੁੰਦਾ, ਤਬਦੀਲੀ ਨਹੀਂ ਹੁੰਦੀ, ਬਦਲਾਅ ਨਹੀਂ ਆਉਂਦਾ। ਇਹਦੇ ਬਾਰੇ ਮੈਂ ਥੋੜ੍ਹੇ ਜਿਹੇ ਸਮੇਂ 'ਚ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਪਰਮਾਤਮਾ ਕਿਸ ਕਿਸਮ ਦੀ ਚੀਜ਼ ਹੈ। ਜਿੱਥੋਂ ਤੱਕ ਅਸੀਂ ਪੜ੍ਹਿਆ ਹੈ, ਜਾਂ ਬ੍ਰਾਹਮਣ ਨੂੰ ਪੜ੍ਹਿਆ ਜਾਂ ਦੂਜੇ ਲੋਕਾਂ ਨੂੰ ਪੜ੍ਹਿਆ ਹੈ, ਜਾਂ ਜਿਹੜੇ ਲੱਖਾਂ ਲੱਖਾਂ ਸਾਧ ਸੰਤ ਪੁਜਾਰੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸੁਣਿਆ, ਉਹ ਪਰਮਾਤਮਾ ਨੂੰ ਇੱਕ ਐਸੀ ਸ਼ਕਤੀ ਦੇ ਤੌਰ ਤੇ ਦੇਖਦੇ ਹੈ ਜੋ ਸਾਰੀ ਸਿਰਜਣਾ ਕਰਦੀ ਹੈ ਔਰ ਆਪਣੀ ਮਰਜ਼ੀ ਨਾਲ ਕਰਦੀ ਹੈ, ਔਰ ਮਨੁੱਖ ਦੇ ਧਰਤੀ ਤੇ ਆਉਣ ਤੋਂ ਬਾਅਦ ਉਹਦਾ ਜਿਉਣਾ, ਮਰਨਾ, ਦੁਖੀ ਹੋਣਾ, ਖੁਸ਼ ਹੋਣਾ, ਖਾਣਾ ਪੀਣਾ, ਇੱਧਰੋਂ ਉੱਧਰ ਹੋਣਾ, ਉੱਧਰੋਂ ਇੱਧਰ ਚਲੇ ਜਾਣਾ, ਜਾਣੀ ਜੋ ਵੀ ਉਹਦੇ ਜੀਵਨ 'ਚ ਵਾਪਰਦਾ ਹੈ ਉਹ ਪਰਮਾਤਮਾ ਦਾ ਲਿਖਿਆ ਹੋਇਆ ਹੈ। ਉਹਦੇ 'ਚ ਸੂਈ ਜਿੰਨੀ ਵੀ ਵਾਧ ਘਾਟ ਨਹੀਂ ਹੋ ਸਕਦੀ। ਅਗਰ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਨਹੀਂ ਸੁਣੋਗੇ ਤਾਂ ਮੇਰੀ ਗੱਲ ਜਿਸ ਸਿਖਰ ਤੱਕ ਮੈਂ ਜਾਣਾ ਚਾਹੁੰਦਾ ਉਹ ਤੁਹਾਡੇ ਪੱਲੇ ਨਹੀਂ ਪਏਗੀ। ਮੈਂ ਇਸ ਵਿਸ਼ੇ ਨੂੰ ਹੋਰ ਜ਼ਿਆਦਾ ਲੰਬਾ ਨਹੀਂ ਕਰਨਾ, ਕਿਉਂਕਿ ਮੇਰੇ ਵਾਸਤੇ ਕੋਈ ਇੱਕੋ ਹੀ ਗੱਲ ਨਹੀਂ ਹੈ ਕਿ ਜਿਹੜੀ ਮੈਨੂੰ ਲੋਕਾਂ ਨਾਲ ਸਾਂਝੀ ਕਰਨੀ ਹੈ, ਆਪਣੇ ਸਮਾਜ ਨਾਲ, ਆਪਣੇ ਸੰਸਾਰ ਨਾਲ ਸਾਂਝੀ ਕਰਨੀ ਹੈ। ਪਰ ਇਹਦੀਆਂ ਕੁਝ ਬੁਨਿਆਦੀ ਗੱਲਾਂ ਜਿਹੜੀਆਂ ਸਾਂਝੀਆਂ ਕਰਨ ਤੋਂ ਬਾਅਦ ਮੈਂ ਮਹਿਸੂਸ ਕਰੂੰਗਾ ਕਿ ਅਗਰ ਕੁਝ ਲੋਕਾਂ ਨੇ ਮੈਨੂੰ ਸੁਣ ਲਿਆ, ਪੜ੍ਹ ਲਿਆ,
ਤਾਂ ਇਹ ਸੰਭਾਵਨਾ ਕਿ ਉਹ ਸੋਚਣ ਜ਼ਰੂਰ ਲੱਗਣਗੇ। ਔਰ ਜਿਹੜਾ ਆਦਮੀ ਸੋਚਣ ਲੱਗ ਜਾਵੇ ਉਹ ਸਹੀ ਪਾਸੇ ਵੱਲ ਵਧਣਾ ਸ਼ੁਰੂ ਹੋ ਜਾਂਦਾ। ਤੇ ਜਿਹੜਾ ਸਹੀ ਪਾਸੇ ਵੱਲ ਵਧਣਾ ਸ਼ੁਰੂ ਹੋ ਜਾਵੇ ਉਹ ਕੋਈ ਨਾ ਕੋਈ ਸਹੀ ਰਸਤਾ ਲੱਭ ਲੈਂਦਾ। ਜਿਹਨੂੰ ਸਹੀ ਰਸਤਾ ਮਿਲ ਜਾਵੇ ਉਹ ਸਹੀ ਕਿਨਾਰੇ ਵੱਲ ਵੀ ਚਲਾ ਜਾਂਦਾ ਹੈ। ਔਰ ਜਿਹੜਾ ਸਹੀ ਕਿਨਾਰੇ ਵੱਲ ਵੀ ਚਲਾ ਜਾਏ, ਸਹੀ ਦਿਸ਼ਾ ਵੱਲ ਚਲਾ ਜਾਏ, ਤਾਂ ਉਹ ਸੱਚ ਦੇ ਉਸ ਸਿਖਰ ਤੇ ਜਾ ਸਕਦਾ ਹੈ ਜਿਸ ਤੋਂ ਬਿਨਾਂ ਉਹ ਇੱਕ ਭਟਕਣ ਤੋਂ ਵੱਧ ਕੁਛ ਨਹੀਂ ਹੁੰਦਾ। ਪਰਮਾਤਮਾ ਕੀ ਹੈ? ਇੱਕ ਸਥਗਿਤ ਚੀਜ਼ ਹੈ। ਸਥਗਿਤ ਦਾ ਮਤਲਬ ਹੁੰਦਾ ਖੜੋਤੀ ਹੋਈ ਚੀਜ਼, ਜਿਹਦੇ 'ਚ ਕੋਈ ਬਦਲ ਨਹੀਂ ਆਉਂਦਾ। ਔਰ ਫਿਰ ਉਹ ਆਪਣੀ ਮਰਜ਼ੀ ਨਾਲ ਇਹੋ ਜਿਹੀਆਂ ਚੀਜ਼ਾਂ ਘੜਦਾ ਹੈ ਜਿਹਦੇ 'ਚ ਉਹ ਤੋਂ ਬਿਨਾਂ ਕੋਈ ਬਦਲ ਨਹੀਂ ਆਉਂਦਾ। ਜਾਣੀ ਉਹ ਜਨਮ ਦਿੰਦਾ ਤੇ ਮੌਤ ਦਿੰਦਾ ਹੈ, ਜੀਵਨ ਦਿੰਦਾ ਹੈ। ਜਨਮ, ਮੌਤ, ਜੀਵਨ ਤਿੰਨੇ ਚੀਜ਼ਾਂ ਦਿੰਦਾ, ਪਰ ਆਪਣੇ ਹੱਥ ਨਾਲ ਲਿਖ ਕੇ ਦਿੰਦਾ। ਉਮਰ ਵੀ ਆਪਣੇ ਹੱਥ ਨਾਲ ਲਿਖ ਕੇ ਦਿੰਦਾ। ਔਰ ਕੋਈ ਆਦਮੀ ਉਹ ਤੋਂ ਅੱਗੇ ਪਿੱਛੇ ਨਹੀਂ ਹੋ ਸਕਦਾ, ਉਸ ਤੋਂ ਬਾਅਦ ਘਾਟ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਪਰਮਾਤਮਾ ਨੇ ਉਹਦਾ ਸਾਰਾ ਢਾਂਚਾ, ਉਹਦੀ ਤਕਦੀਰ ਦਾ ਢਾਂਚਾ, ਉਹਦੇ ਭਾਗਾਂ ਦਾ ਢਾਂਚਾ, ਉਹਦੀ ਕਿਸਮਤ ਦਾ ਢਾਂਚਾ, ਜਾਣੀ ਜੋ ਵੀ ਹੈ ਉਹ ਸਾਰਾ ਬਕਾਇਦਾ ਤੌਰ ਤੇ ਲਿਖਤੀ ਰੂਪ ਵਿੱਚ ਉਹਨੂੰ ਜਨਮ ਵੇਲੇ ਹੀ ਫੜਾ ਦਿੱਤਾ। ਕਦੇ ਕਦੇ ਕਹਿੰਦੇ ਉਹ ਹੱਥ 'ਚ ਹੈ, ਕਦੇ ਕਦੇ ਕਹਿੰਦੇ ਉਹ ਮੱਥੇ ਤੇ ਆ, ਕਦੇ ਕਹਿੰਦੇ ਭਾਗਾਂ 'ਚ ਹੈ, ਕਦੇ ਕਦੇ ਤਕਦੀਰ ਆ ਉਹਦੀ। ਇਹ ਜਾਣੀ ਕਹਿਣ ਦਾ ਮਤਲਬ ਹੈ ਕਿ ਸਭ ਕੁਛ, ਜਿਸ ਤਰ੍ਹਾਂ ਇੱਕ ਉਰਦੂ ਦੀ ਸ਼ਾਇਰੀ ਦਾ ਇੱਕ ਬਹੁਤ ਮਸ਼ਹੂਰ ਹੋਇਆ ਵਾਕੰਸ਼ ਹੈ कि होता वही है जो मंजूर खुदा होता है। ਪੂਰੇ ਭਾਰਤ ਦੇ ਵਿੱਚ ਬੱਚੇ ਬੱਚੇ ਨੂੰ ਜਾਂ ਕਿਸੇ ਵੀ ਆਦਮੀ ਨੂੰ ਜਿਹੜਾ ਮਾੜੀ ਮੋਟੀ ਸਮਝ ਰੱਖਦਾ ਹੈ ਉਹਨੂੰ ਪਤਾ ਹੈ ਇਹਦਾ। ਉਹ ਬੋਲ ਦੇਗਾ, ਆਰਾਮ ਨਾਲ ਬੋਲ ਦੇਗਾ, ਚਾਹੇ ਉਹ ਇਹਨੂੰ ਮੰਨੇ ਜਾਂ ਨਾ ਮੰਨੇ ਕਿ ਕਿਸ ਨੇ ਲਿਖਿਆ, ਉਹ ਕੌਣ ਸੀ, ਪਰ ਉਹ ਇਹ ਜ਼ਰੂਰ ਮੰਨ ਲੈਂਦਾ ਕਿ ਜੋ ਖੁਦਾ ਨੇ ਲਿਖ ਦਿੱਤਾ ਹੋਏਗਾ ਉਹੀ, ਜੋ ਖੁਦਾ ਨੂੰ ਮਨਜ਼ੂਰ ਹੈ ਉਹੀ ਹੋਏਗਾ, ਜੋ ਪਰਮਾਤਮਾ ਨੇ ਬਣਾ ਦਿੱਤਾ ਉਹੀ ਕੁਝ ਵਾਪਰੇਗਾ। ਇਹ ਇਹਦਾ ਅਰਥ ਹੈ। ਇਹਦਾ ਮਤਲਬ ਹੈ ਕਿ ਉਰੇ ਤੋਂ ਪਰੇ ਕੁਛ ਨਹੀਂ ਹੋ ਸਕਦਾ, ਸੂਈ ਭਰ ਵੀ ਇੱਧਰ ਉੱਧਰ ਨਹੀਂ ਹੋ ਸਕਦਾ। ਜਿੱਥੇ ਜਨਮ ਹੋਣਾ ਉੱਥੇ ਜਨਮ ਹੋ ਜਾਏਗਾ, ਜਿਸ पेट 'ਚ जन्म होना उस पेट 'ਚ जन्म हो जाएगा, जो खाना पीना वो खाना पीना मिलता रहेगा, और जिथे मरना है जिवें मरना है वो भी लिखा होया है। उसे तरह ही मौत आएगी, उसे तरह ही ये जीवन खत्म होएगा, और फिर अगले जन्म 'ਚ वो आत्मा प्रवेश कर जाएगी। करोड़ा लोग पैदा होए, करोड़ा मर गए, और करोड़ा लोगों दियां आत्मावां मुड़ जीवन विच आ गईयां। अज 7.5 अरब आत्मा इस धरती दे उत्ते, जिहड़ी धरती ते असीं जन्म लिया है, इस धरती दे उत्ते वो आत्मावां जीवन भोग रहीआं, वो सुख दुख भोग रही, वो नाम जप रही हैं जां धर्म कर्म कर रही हैं ਜਾਂ ਕੁਲਛੜੇ ਕੰਮ ਕਰ ਰਹੀਆਂ, बुराई कर रही हैं।
ਜਾਣੀ ਜੇ ਕਲਸ਼ੜੇ ਕੰਮ ਵੀ ਕਰ ਰਹੀਆਂ ਉਹ ਤਾਂ ਵੀ ਪ੍ਰਮਾਤਮਾ ਦੀ ਮਰਜ਼ੀ ਨਾਲ ਕਰ ਰਹੀਆਂ। ਅਗਰ ਕੋਈ ਆਦਮੀ 2 ਸਾਲ ਦੀ 1 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਹਦਾ ਗਲਾ ਕੱਟਦਾ ਹੈ ਤਾਂ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ। ਜੇ ਕੋਈ ਮੁਸਲਮਾਨ ਰਸਤੇ 'ਚ ਜਾਂਦਾ 10 ਗੁੰਡੇ ਫੜ ਲੈਂਦੇ ਆ ਉਹਨੂੰ, ਭਗਵੇਂ ਗੁੰਡੇ, ਔਰ ਉਹਨੂੰ ਜਿਉਂਦੇ ਨੂੰ ਸਾੜ ਦਿੰਦੇ ਆ ਤਾਂ ਖੁਦਾ ਦੀ ਮਰਜ਼ੀ ਨਾਲ ਹੁੰਦਾ, ਕਿਉਂਕਿ ਮੁਸਲਮਾਨ ਵੀ ਇਹੀ ਮੰਨਦੇ ਆ ਔਰ ਹਿੰਦੂ ਤਾਂ ਮੰਨਦੇ ਆ। ਜਾਣੀ ਜਦੋਂ ਮੰਨ ਲਓ ਕਿਸੇ ਦੀ ਕੋਈ ਬੱਚੀ ਹੈ, ਉਹ ਪੜ੍ਹਨ ਗਈ ਹੈ, ਉਹਨੂੰ ਕੋਈ ਉਠਾ ਕੇ ਲੈ ਜਾਂਦਾ ਹੈ, ਉਹਦੇ ਨਾਲ ਬਲਾਤਕਾਰ ਕਰਦਾ ਹੈ ਔਰ ਫਿਰ ਉਹਦਾ ਕਤਲ ਹੋ ਜਾਂਦਾ ਹੈ, ਪਰ ਉਹ ਆਦਮੀ ਥਾਣੇ ਚਲਾ ਜਾਂਦਾ, ਉਹ ਆਦਮੀ ਕਚਹਿਰੀ ਚਲਾ ਜਾਂਦਾ ਨਿਆਂ ਵਾਸਤੇ, ਤਦ ਉਹ ਭੁੱਲ ਜਾਂਦਾ ਹੈ ਕਿ ਪ੍ਰਮਾਤਮਾ ਨੇ ਜੋ ਲਿਖਿਆ ਉਹੀ ਵਾਪਰ ਰਿਹਾ। ਇਹ ਗਲਤੀ ਆਦਮੀ ਦੀ ਹੈ, ਪ੍ਰਮਾਤਮਾ ਦੀ ਨਹੀਂ ਹੈ। ਪ੍ਰਮਾਤਮਾ ਨੇ ਤਾਂ ਲਿਖ ਦਿੱਤਾ, ਪ੍ਰਮਾਤਮਾ ਦਾ ਲਿਖਿਆ ਵਾਪਰ ਗਿਆ, ਬੰਦੇ ਦੀ ਸਮਝ ਨਹੀਂ ਪਿਆ ਇਹ ਗਲਤੀ ਆਦਮੀ ਦੀ ਹੈ। ਖੁਦਾ ਨੇ ਲਿਖ ਦਿੱਤਾ, ਖੁਦਾ ਨੇ ਬਣਾ ਦਿੱਤਾ, ਖੁਦਾ ਨੇ ਚਿੱਟਾ ਹੱਥ 'ਚ ਫੜਾ ਦਿੱਤਾ ਔਰ ਫਿਰ ਆਦਮੀ ਥਾਂ ਨਿਆਂ ਵਾਸਤੇ ਭਟਕਦਾ ਹੈ, ਕਦੇ ਉਸ ਜੱਜ ਕੋਲ, ਕਦੇ ਉਸ ਜੱਜ ਕੋਲ, ਕਦੇ ਉਸ ਪੁਲਿਸ ਕੋਲ, ਕਦੇ ਉਸ ਪੁਲਿਸ ਕੋਲ, ਕਦੇ ਪਿੰਡ ਦੀਆਂ ਪੰਚਾਇਤਾਂ ਕੋਲ, ਕਦੇ ਕਿਸੇ ਮਨੁੱਖੀ ਸਮੂਹ ਕੋਲ, ਕਿਸੇ ਸਰਦਾਰ ਕੋਲ, ਕਿਸੇ ਨਵਾਬ ਕੋਲ, ਉਹ ਦੌੜਦਾ ਹੈ ਨਿਆਂ ਵਾਸਤੇ। ਤਾਂ ਇਹਦਾ ਮਤਲਬ ਹੈ ਕਿ ਆਦਮੀ ਨੂੰ ਗੱਲ ਪ੍ਰਮਾਤਮਾ ਦੀ ਸਮਝ ਨਹੀਂ ਪਈ, ਆਦਮੀ ਨੂੰ ਖੁਦਾ ਦੀ ਗੱਲ ਸਮਝ ਨਹੀਂ ਪਈ ਕਿ ਜੋ ਉਹਨੇ ਲਿਖਿਆ ਉਹੀ ਕੁਛ ਵਾਪਰਿਆ। ਇਹ ਜਿਹੜਾ ਪ੍ਰਮਾਤਮਾ ਦਾ ਕਰੈਕਟਰ ਹੈ, ਇਹ ਕਰੈਕਟਰ ਪ੍ਰਮਾਤਮਾ ਦਾ ਕਰੈਕਟਰ ਹੈ। ਆਤਮਾ ਅਮਰ ਹੈ, ਇਹ ਕ੍ਰਿਸ਼ਨ ਦੀ ਗੀਤਾ ਦੇ ਵਿੱਚ ਸਭ ਤੋਂ ਪਹਿਲੇ ਹੀ ਸਤਰਾਂ ਹੈ, ਮੂਲ ਸਤਰਾਂ ਜਿਹੜੀ ਆਤਮਾ ਅਮਰ ਹੈ। ਫਿਰ ਉਸੇ ਗੀਤਾ 'ਚ ਕ੍ਰਿਸ਼ਨ ਦਾ ਇਹ ਕਹਿਣਾ ਕਿ ਜਾਤ ਵਰਨ ਵੀ ਉਸੇ ਨੇ ਬਣਾਏ ਆ, ਊਚ ਨੀਚ ਜਾਤ ਵਰਨ ਸਭ ਕੁਝ ਉਸੇ ਨੇ ਬਣਾਇਆ, ਕਰਮ ਦੇ ਆਧਾਰ ਤੇ ਬਣਾਇਆ, ਤੇ ਉਹੀ ਕੁਛ ਵਾਪਰਦਾ ਹੈ ਜੋ ਉਹ ਚਾਹੁੰਦਾ ਹੈ। ਇਹ ਪ੍ਰਮਾਤਮਾ ਦਾ ਚਰਿੱਤਰ ਹੈ, ਇਹ ਹਿੰਦੂ ਪ੍ਰਮਾਤਮਾ ਦਾ ਚਰਿੱਤਰ ਹੈ। ਇੱਥੇ ਕਿਸੇ ਨੂੰ ਗਿਆਨ ਘੋਟਣ ਦੀ ਜ਼ਰੂਰਤ ਨਹੀਂ, ਕਿਸੇ ਨੂੰ ਗਿਆਨ ਸੁਣਨ ਦੀ ਜ਼ਰੂਰਤ ਨਹੀਂ, ਕਿਸੇ ਨੂੰ ਵਿਚਾਰ ਕਰਨ ਦੀ ਜ਼ਰੂਰਤ ਨਹੀਂ, ਚੁੱਪ ਕਰਕੇ ਮੰਨਣ ਦੀ ਜ਼ਰੂਰਤ ਹੈ ਤੇ ਤਾੜੀਆਂ ਮਾਰ ਕੇ ਜਾਂ ਭਜਨ ਗਾ ਕੇ ਉਹਨੂੰ ਮਨ 'ਚ ਵਸਾਉਣ ਦੀ ਜ਼ਰੂਰਤ ਹੈ, ਕਿਉਂਕਿ ਜੋ ਕੁਛ ਹੁੰਦਾ ਹੈ ਉਹ ਖੁਦਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਹ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹੈ ਕਿ ਪ੍ਰਮਾਤਮਾ ਇੱਕ ਐਸਾ ਚਰਿੱਤਰ ਹੈ, ਇੱਕ ਐਸਾ ਸਿਰਜਣਹਾਰ ਹੈ ਜਿਹਨੇ ਆਦਮੀ ਨੂੰ ਪੱਥਰ ਦਾ ਆਦਮੀ ਬਣਾਤਾ। ਉਹਦੇ ਅੰਦਰ ਜਿਹੜੀ ਬਹੁਤ ਵੱਡੀ ਸ਼ਕਤੀ ਹੈ ਸੋਚਣ ਦੀ, ਗਿਆਨ ਹਾਸਲ ਕਰਨ ਦੀ, ਕੁਛ ਕਹਿਣ ਦੀ, ਮੰਥਨ ਕਰਨ ਦੀ, ਵਿਚਾਰ ਕਰਨ ਦੀ, ਕੁਛ ਕਹਿਣ ਦੀ, ਕੁਛ ਸੁਣਨ ਦੀ, ਕੁਛ ਲਿਖਣ ਦੀ, ਕੁਛ ਬੋਲਣ ਦੀ, ਕੁਛ ਕਰਨ ਦੀ, ਉਹ ਸਾਰੀ ਜਿਹੜੀ ਸਮਰੱਥਾ ਹੈ ਉਹ ਪਰਮਾਤਮਾ ਨੇ ਖਤਮ ਕਰ ਦਿੱਤੀ ਹੈ। ਪਰਮਾਤਮਾ ਆਦਮੀ ਨੂੰ ਜਾਂ ਆਦਮੀ ਵਰਗੇ ਜੀਵਾਂ ਨੂੰ, ਔਰਤ ਨੂੰ ਪੱਥਰ ਦੀ ਮੂਰਤੀ ਬਣਾ ਕੇ ਭੇਜਦਾ ਹੈ ਔਰ ਉਹ ਤੋਂ ਉਨਾ ਹੀ ਕੰਮ ਲੈਂਦਾ ਜਿੰਨਾ ਉਹਦੀ ਮਰਜ਼ੀ ਹੈ, ਤੇ ਉਹ ਤੋਂ ਉਹੀ ਕੰਮ ਲੈਂਦਾ ਜਿਹੜਾ ਉਹਦੀ ਮਰਜ਼ੀ ਹੈ।
ਇਹ ਬੰਦੇ ਦੀ ਔਰਤ ਦੀ ਮਰਜ਼ੀ ਨਹੀਂ ਕਿ ਉਹ ਪਰਮਾਤਮਾ ਦੇ ਲਿਖੇ ਹੋਏ ਤੋਂ ਇੱਧਰ ਉੱਧਰ ਹੋ ਜਾਵੇ। ਇਹ ਪਰਮਾਤਮਾ ਦੇ ਬੰਦੇ ਦੀ ਮਰਜ਼ੀ ਨਹੀਂ ਚੱਲਦੀ। ਇਹਦਾ ਮਤਲਬ ਹੈ ਕਿ ਪਰਮਾਤਮਾ ਖੁਦ ਬੰਦੇ ਨੂੰ ਇੱਕ ਨਪੁੰਸਕ ਔਰ ਪੱਥਰ ਦਾ ਆਦਮੀ ਬਣਾ ਕੇ ਧਰਤੀ ਤੇ ਭੇਜਦਾ ਹੈ, ਔਰ ਜਨਮ ਤੋਂ ਜੀਵਨ ਤੱਕ, ਜੀਵਨ ਤੋਂ ਮਰਨ ਤੱਕ, ਮਰਨ ਤੋਂ ਆਤਮਾ ਤੱਕ, ਆਤਮਾ ਤੋਂ ਭਟਕਣ ਤੱਕ ਜਾਂ ਮੁਕਤ ਹੋਣ ਤੱਕ ਸਾਰਾ ਸਿਲਸਿਲਾ ਪਰਮਾਤਮਾ ਨੇ ਲਿਖਿਆ ਹੋਇਆ ਹੈ। ਇਹਦਾ ਮਤਲਬ ਹੈ ਕਿ ਆਦਮੀ ਦੇ ਸੋਚਣ ਵਾਲੀ ਕੋਈ ਗੱਲ ਬਾਕੀ ਨਹੀਂ ਹੈ, ਕੋਈ ਗੱਲ ਕਰਨ ਵਾਲੀ ਨਹੀਂ ਹੈ। ਅਗਰ ਭੁੱਖੇ ਹੋ ਤਾਂ ਪਰਮਾਤਮਾ ਦੀ ਮਰਜ਼ੀ, ਰੱਜੇ ਹੋ ਤਾਂ ਪਰਮਾਤਮਾ ਦੀ ਮਰਜ਼ੀ। ਲੋਕਾਂ ਨੂੰ ਲੁੱਟ ਕੇ ਕੁੱਟ ਕੇ, ਉਹਨਾਂ ਦੀਆਂ ਗਰਦਨਾਂ ਕੱਟ ਕੇ, ਉਹਨਾਂ ਦੀਆਂ ਜੀਭਾਂ ਕੱਟ ਕੇ, ਉਹਨਾਂ ਦੀਆਂ ਅੱਖਾਂ 'ਚ ਤੱਤੇ ਸਰੀਏ ਪਾ ਕੇ, ਉਹਨਾਂ ਦੇ ਕੰਨਾਂ 'ਚ ਤੱਤਾ ਸ਼ੀਸ਼ਾ ਪਿਘਲਾ ਕੇ, ਉਹਨਾਂ ਦੇ ਪਿੱਠੇ ਤੇ ਤੱਤੇ ਦਾਗ ਲਾ ਕੇ, ਜੋ ਵੀ ਪ੍ਰਮਾਤਮਾ ਕਰਾਉਣਾ ਚਾਹੁੰਦਾ ਹੈ ਉਹ ਕਰਵਾ ਰਿਹਾ। ਕਰਦਾ ਆਦਮੀ ਹੈ, ਕਰਵਾਉਂਦਾ ਪਰਮਾਤਮਾ। ਕਿਸੇ ਤੋਂ ਕਰਵਾਵੇ, ਕਿਸੇ ਰਾਹੀਂ ਕਰਵਾਵੇ, ਕਿਸੇ ਨਾਲ ਜੁੜੀ ਗੱਲ ਕਰਵਾਵੇ, ਇਹ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ। ਇਹਦਾ ਮਤਲਬ ਹੈ ਕਿ ਬੰਦੇ ਨੂੰ, ਔਰਤ ਨੂੰ ਸੋਚਣ ਦੀ ਜ਼ਰੂਰਤ ਨਹੀਂ ਕਿ ਕੀ ਹੋ ਗਿਆ। ਬਲਾਤਕਾਰ ਹੋ ਗਿਆ ਤਾਂ ਕੋਈ ਬਾਤ ਨਹੀਂ, ਜਿਉਂਦਾ ਸਾੜ ਦਿੱਤਾ ਕਿਸੇ ਨੇ ਤਾਂ ਕੋਈ ਬਾਤ ਨਹੀਂ। ਜਿਵੇਂ ਬ੍ਰਾਹਮਣ ਨੇ ਆਪਣੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਬ੍ਰਾਹਮਣ ਤੋਂ ਉੱਤਮ ਸੰਸਾਰ 'ਚ ਔਰ ਸੰਸਾਰ ਤੋਂ ਅਗਲੇ ਸੰਸਾਰ 'ਚ ਕੋਈ ਚੀਜ਼ ਨਹੀਂ ਹੈ। ਕੋਈ ਐਸੀ ਵਿਵਸਥਾ ਨਹੀਂ ਹੈ ਜਿਹੜੀ ਬ੍ਰਾਹਮਣ ਦੀ ਵਿਵਸਥਾ ਤੋਂ ਉੱਤਮ ਹੋਵੇ। ਬ੍ਰਾਹਮਣ ਚਾਹੇ ਨਰਕ 'ਚ ਸੁੱਟੇ, ਚਾਹੇ ਸੁਰਗ 'ਚ ਸੁੱਟੇ, ਚਾਹੇ ਬੈਕੁੰਠ 'ਚ ਲਿਜਾਵੇ, ਚਾਹੇ ਇੰਦਰਪੁਰੀ ਲਿਜਾਵੇ, ਚਾਹੇ ਬ੍ਰਹਮਪੁਰੀ ਲਿਜਾਵੇ, ਚਾਹੇ ਸ਼ਿਵਪੁਰੀ ਲਿਜਾਵੇ, ਚਾਹੇ ਉਹ ਕਿਤੇ ਦੂਸਰੀ ਹੋਰ ਜਗ੍ਹਾ ਲੈ ਕੇ ਜਾਵੇ ਜਾਂ ਨਰਕ ਦੇ ਵਿੱਚ, ਕੁੱਬੀ ਨਰਕ 'ਚ ਸਾੜੇ, ਇਹ ਬ੍ਰਾਹਮਣ ਦੀ ਮਾਇਆ ਹੈ ਸਾਰੀ। ਜਾਣੀਏ ਸਾਰਾ ਜੰਜਾਲ ਜਿਹੜਾ ਹੈ ਇਹ ਬ੍ਰਾਹਮਣ ਦਾ ਪੈਦਾ ਕੀਤਾ ਹੋਇਆ ਹੈ। ਬ੍ਰਾਹਮਣ ਦੀ ਮਰਜ਼ੀ ਤੋਂ ਬਿਨਾਂ ਇਸ ਧਰਤੀ ਤੇ, ਧਰਤੀ ਤੋਂ ਬਾਅਦ ਜਿੱਥੋਂ ਤੱਕ ਆਤਮਾ ਘੁੰਮਦੀ ਜਦ ਮੁਕਤ ਹੁੰਦੀ ਹੈ, ਉਹ ਸਾਰੇ ਘਣ ਚੱਕਰ ਦੌਰਾਨ ਬ੍ਰਾਹਮਣ ਹੀ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੈ। ਬ੍ਰਾਹਮਣ ਚਾਹੇ ਤਾਂ ਪਰਮਾਤਮਾ ਨੂੰ ਕੁੱਤਾ ਬਣਾ ਦੇ, ਬ੍ਰਾਹਮਣ ਚਾਹੇ ਤਾਂ ਪਰਮਾਤਮਾ ਨੂੰ ਉਹ ਬਿੱਲਾ ਬਣਾ ਦੇ, ਬ੍ਰਾਹਮਣ ਚਾਹੇ ਤਾਂ ਉਹਨੂੰ ਸੂਰ ਬਣਾ ਦੇ ਔਰ ਉਹਨੂੰ ਸਜ਼ਾ ਦੇ ਦੇ। ਬ੍ਰਾਹਮਣ ਚਾਹੇ ਤਾਂ ਪੈਰ ਪੱਥਰ ਤੇ ਪੈਰ ਰੱਖ ਕੇ ਕਿਸੇ ਨੂੰ ਮੁਕਤੀ ਦਵਾ ਦੇ। ਜਾਣੀ ਕਹਿਣ ਦਾ ਮਤਲਬ ਇਹ ਹੈ ਕਿ ਬ੍ਰਾਹਮਣ ਜੋ ਧਰਤੀ ਦੇ ਉੱਤੇ ਆ, ਉਹਦਾ ਸਭ ਤੋਂ ਮਹਾਨ ਕਾਰਜਕਰਤਾ ਜਾਂ ਸਭ ਤੋਂ ਜ਼ਿਆਦਾ ਸਿਰਜਕ ਆ ਜਿਹੜਾ, ਉਹ ਬ੍ਰਾਹਮਣ ਹੈ। ਤਾਂ ਪਰਮਾਤਮਾ ਦੀ ਰਜ਼ਾ 'ਚ ਇੱਕ ਨਵਾਂ ਬ੍ਰਾਹਮਣ, ਨਵਾਂ ਜਾਣੀ ਸਿਰਜਕ ਜਿਹੜਾ ਉਹ ਬ੍ਰਾਹਮਣ ਹੈ। ਧਰਤੀ ਦੇ ਉੱਤੇ ਬ੍ਰਾਹਮਣ ਦੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਹੁੰਦਾ। ਇਹਦਾ ਮਤਲਬ ਪਰਮਾਤਮਾ ਤੇ ਬ੍ਰਾਹਮਣ ਇੱਕ ਬਰਾਬਰ ਹੈ, ਦੋਨੇ। ਇਹਨਾਂ 'ਚ ਕੋਈ ਅੰਤਰ ਨਹੀਂ ਹੈ। ਤੁਸੀਂ ਬ੍ਰਾਹਮਣ ਨੂੰ ਜਦੋਂ ਪੜ੍ਹੋਗੇ ਤਾਂ ਇਹ ਗੱਲਾਂ ਬਹੁਤ ਗੰਭੀਰਤਾ ਨਾਲ ਸਪਸ਼ਟ ਲਿਖੀਆਂ ਹੋਈਆਂ। ਇੰਨੇ ਸ਼ਲੋਕ ਜਿਹੜੇ ਆ ਤੁਸੀਂ ਪੜ੍ਹ ਸਕਦੇ ਹੋ
ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਮੇਰੀ ਗੱਲ ਇਹ ਸਮਝ ਲੱਗੇਗੀ ਕਿ ਧਰਤੀ ਦੇ ਉੱਤੇ ਜਿਹੜਾ ਸਿਰਜਕ ਆ ਉਹ ਬ੍ਰਾਹਮਣ ਹੈ, ਤੇ ਧਰਤੀ ਦੇ ਉੱਤੋਂ ਜਾਣ ਤੋਂ ਬਾਅਦ ਨਰਕ ਸੁਰਗ ਬੈਕੁੰਠ ਉਹ ਜਿਹੜਾ ਆਤਮਾ ਦਾ ਪਰਮਾਤਮਾ ਦੇ ਨਾਲ ਲੈਣਾ ਦੇਣਾ ਹੈ, ਉਹ ਵੀ ਬ੍ਰਾਹਮਣ ਦੀ ਮਰਜ਼ੀ ਤੋਂ ਬਿਨਾਂ ਨਹੀਂ ਚੱਲਦਾ। ਬ੍ਰਾਹਮਣ ਚਾਹੇ ਤਾਂ ਮੁਕਤੀ ਦਵਾ ਦੇ, ਬ੍ਰਾਹਮਣ ਚਾਹੇ ਤਾਂ ਭਟਕਣਾ ਚ ਪਾ ਦੇ। ਜਾਣੀ ਹਰ ਚੀਜ਼ ਨਰੜੀ ਹੋਈ ਹੈ, ਹਰ ਚੀਜ਼ ਇੱਕ ਥਾਂ ਦੇ ਉੱਤੇ ਬੰਨੀ ਹੋਈ ਹੈ। ਉਹਦੇ 'ਚ ਤਬਦੀਲੀ ਦਾ, ਪਰਿਵਰਤਨ ਦਾ, ਬਦਲ ਦਾ ਕੋਈ ਪੈਮਾਨਾ ਨਹੀਂ ਹੈ। ਇੱਕੋ ਹੀ ਪੈਮਾਨਾ ਕਿ ਧਰਤੀ ਤੇ ਬ੍ਰਾਹਮਣ ਸਿਰਜਕ ਹੈ ਔਰ ਧਰਤੀ ਤੋਂ ਬਾਅਦ ਪਰਮਾਤਮਾ ਸਿਰਜਕ ਹੈ, ਪਰ ਪਰਮਾਤਮਾ ਬ੍ਰਾਹਮਣ ਦੀ ਮਰਜ਼ੀ ਬਿਨਾਂ ਕੁਛ ਨਹੀਂ ਕਰ ਸਕਦਾ। ਇਹ ਪਰਮਾਤਮਾ ਦਾ ਇੱਕ ਚਰਿੱਤਰ ਹੈ ਜਿਹੜਾ ਪੇਸ਼ ਕੀਤਾ ਜਾਂਦਾ ਹੈ ਧਰਮ ਗ੍ਰੰਥਾਂ ਦੇ ਵਿੱਚ, ਜਿਹਨੂੰ ਮੈਂ ਬਹੁਤ ਵਾਰ ਪੜ੍ਹਿਆ, ਸਮਝਣ ਦੀ ਕੋਸ਼ਿਸ਼ ਕੀਤੀ ਔਰ ਲਿਖਿਆ ਵੀ ਬਹੁਤ ਥਾਂ ਵੀ ਲਿਖਿਆ। ਹਜ਼ਾਰਾਂ ਲੋਕਾਂ ਨੇ ਲਿਖਿਆ, ਕੋਈ ਮੈਂ ਇਕੱਲੇ ਨੇ ਨਹੀਂ ਲਿਖਿਆ, ਪੂਰੇ ਦੇਸ਼ ਦੇ ਹਜ਼ਾਰਾਂ ਲੋਕਾਂ ਨੇ ਲਿਖਿਆ। ਹੁਣ ਸਵਾਲ ਆ ਗਿਆ ਅਕਾਲ ਪੁਰਖ ਦਾ। ਪਰਮਾਤਮਾ ਨਹੀਂ, ਅਕਾਲ ਪੁਰਖ, ਏਕ ਓਂਕਾਰ। ਹੁਣ ਪਰਮਾਤਮਾ ਜਦੋਂ ਪੈਦਾ ਕਰਦਾ ਤਾਂ ਇੱਥੇ ਵਰਣ ਪੈਦਾ ਕਰਦਾ ਹੈ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਔਰਤ ਨੂੰ ਪੈਦਾ ਨਹੀਂ ਕਰਦਾ। ਉਹ ਦੇਖੋ ਕਿ ਬ੍ਰਹਮਾ ਨੇ ਔਰਤ ਨੂੰ ਪੈਦਾ ਨਹੀਂ ਕੀਤਾ, ਜਦੋਂ ਕਿ ਬ੍ਰਾਹਮਣ ਦੀ ਆਪਣੀ ਔਰਤ ਹੈ ਲక్ష్ਮੀ, ਬ੍ਰਾਹਮਣ ਦੀ ਆਪਣੀ ਧੀ ਹੈ ਸਰਸਵਤੀ, ਬ੍ਰਹਮਾ ਦੀ ਆਪਣੀ ਧੀ ਸਰਸਵਤੀ। ਬ੍ਰਹਮਾ ਦੀ ਧੀ ਬ੍ਰਹਮਾ ਦੀ ਹੀ ਇੱਕ ਦੂਸਰੀ ਪਤਨੀ ਦੇ ਰੂਪ ਵਿੱਚ ਵਿਚਰਦੀ ਹੈ। ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਨਹੀਂ ਦਿਓਗੇ ਤਾਂ ਤੁਹਾਨੂੰ ਗੱਲ ਸਮਝ ਨਹੀਂ ਪਏਗੀ ਪਰਮਾਤਮਾ ਤੇ ਅਕਾਲ ਪੁਰਖ ਦੀ। ਜਿਹੜੇ ਰਿਸ਼ੀ ਮੁਨੀ ਹੈ, ਜਿਨ੍ਹਾਂ ਨੇ ਕਾਮ ਵਸ ਕੀਤਾ ਹੋਇਆ, ਮਾਇਆ ਮੋਹ ਤੋਂ ਮੁਕਤ ਹੈ ਜਿਹੜੇ, ਉਹ ਜਾਨਵਰਾਂ ਤੋਂ ਆਪਦੀ ਭੁੱਖ ਪੂਰੀ ਕਰਦੇ ਆ ਔਰ ਜਾਨਵਰਾਂ ਦੇ ਪੇਟ 'ਚ ਆਪਣਾ ਬੱਚਾ ਜਿਹੜਾ ਬੱਚਾ ਪੇਟ 'ਚੋਂ ਪੈਦਾ ਕਰ ਦਿੰਦੇ ਆ। ਕਦੇ ਘੜੇ 'ਚੋਂ ਪੈਦਾ ਕਰ ਦਿੰਦੇ ਆ, ਕਦੇ ਮੱਛੀ ਤੋਂ ਪੈਦਾ ਕਰ ਦਿੰਦੇ ਆ, ਕਦੇ ਕਿਸੇ ਹੋਰ ਚੀਜ਼ ਤੋਂ ਪੈਦਾ ਕਰ ਦਿੰਦੇ, ਕਦੇ ਹਿਰਨੀ ਤੋਂ ਬੱਚਾ ਪੈਦਾ ਕਰ ਦਿੰਦੇ ਆ, ਕਦੇ ਘਾਹ ਫੂਸ ਤੋਂ ਬੱਚੇ ਪੈਦਾ ਕਰ ਦਿੰਦੇ ਆ। ਪਰ ਨਾਲ ਹੀ ਇਹ ਗੱਲ ਹੈ ਕਿ ਇਹ ਸਾਰਾ ਕੁਛ ਇੱਕ ਖਾਸ ਕਿਸਮ ਦੇ ਲੋਕ ਕਰ ਸਕਦੇ ਆ, ਦੂਸਰੇ ਨਹੀਂ ਕਰ ਸਕਦੇ। ਦੂਸਰੇ ਉਹਨਾਂ ਦੇ ਅਧੀਨ ਹੈ, ਮੰਤਰ ਵੀ ਉਹਨਾਂ ਦੇ ਅਧੀਨ ਹੈ, ਵੇਦ ਵੀ ਉਹਨਾਂ ਦੇ ਅਧੀਨ ਹੈ, ਪਰਮਾਤਮਾ ਵੀ ਉਹਨਾਂ ਦੇ ਅਧੀਨ ਹੈ। ਉਹਨਾਂ ਦੀ ਮਰਜ਼ੀ ਤੋਂ ਬਿਨਾਂ ਬਾਕੀ ਵੀ ਕੁਛ ਨਹੀਂ ਵਾਪਰ ਸਕਦਾ। ਇੱਧਰ ਕੀ ਹੈ? ਇੱਧਰ ਏਕ ਓਂਕਾਰ। ਕਿ ਨਾ ਬ੍ਰਹਮਾ, ਨਾ ਬ੍ਰਾਹਮਣ, ਨਾ ਛਤਰੀ, ਨਾ ਵੈਸ਼, ਨਾ ਸ਼ੂਦਰ, ਨਾ ਔਰਤ, ਨਾ ਮੱਛੀ, ਨਾ ਕੁਛ ਵੀ, ਜੋ ਵੀ ਜੀਵਨ 'ਚ
ਪ੍ਰਵੇਸ਼ ਕਰਦਾ ਹੈ ਉਹਨੂੰ ਇੱਕੋ ਜਿਹੇ ਤੱਤ ਮਿਲਦੇ ਹੈ। ਸਮਾਨ ਤੱਤਾਂ ਦੀ ਉਤਪਤੀ ਹੁੰਦੀ ਹੈ। ਕੋਈ ਵੀ ਜੀਵ, ਚਾਹੇ ਉਹ ਪੌਦੇ ਹੈ, ਚਾਹੇ ਉਹ ਪਸ਼ੂ ਹੈ, ਚਾਹੇ ਉਹ ਪੰਛੀ ਹੈ, ਚਾਹੇ ਉਹ ਮਨੁੱਖ ਹੈ, ਚਾਹੇ ਉਹ ਔਰਤ ਹੈ, ਚਾਹੇ ਉਹ ਲੰਗੜਾ ਲੂਲਾ ਹੈ, ਚਾਹੇ ਉਹ ਕਾਣਾ ਹੈ, ਚਾਹੇ ਉਹ ਪਿਘਲਾ ਹੈ, ਜੋ ਵੀ ਜੀਵ ਧਰਤੀ 'ਤੇ ਸਾਹ ਲੈਂਦਾ ਹੈ, ਪਾਣੀ ਪੀਂਦਾ ਹੈ, ਅੱਗ ਸੇਕਦਾ ਹੈ, ਹਵਾ ਲੈਂਦਾ ਹੈ, ਉਹ ਚਾਰ ਤੱਤਾਂ ਦੇ ਨਾਲ ਹੀ ਸਿਰਜਿਆ ਜਾਂਦਾ ਹੈ। ਇਸ ਕਰਕੇ ਕੋਈ ਵਰਨ ਜਾਤ ਨਹੀਂ ਹੈ। ਇਹ ਪਰਮਾਤਮਾ ਦਾ ਕਰੈਕਟਰ ਨਹੀਂ ਹੈ। ਪਰਮਾਤਮਾ ਦਾ ਕਰੈਕਟਰ ਇਸ ਤੋਂ ਉਲਟ ਹੈ। ਇਹ ਅਕਾਲ ਪੁਰਖ ਦਾ ਕਰੈਕਟਰ ਹੈ। ਕਿ ਅਕਾਲ ਪੁਰਖ ਜਿਹੜਾ ਆਪਣੇ ਆਪ ਵਰਤ ਰਿਹਾ ਹੈ, ਜਿਹਨੂੰ ਵਰਤਾਉਣ ਵਾਲਾ ਕੋਈ ਦੂਸਰਾ ਨਹੀਂ ਹੈ, ਜਿਹਨੂੰ ਚਲਾਉਣ ਵਾਲਾ ਕੋਈ ਦੂਸਰਾ ਨਹੀਂ ਹੈ, ਜਿਹੜਾ ਬ੍ਰਹਮਾ ਦੀ ਮਰਜ਼ੀ ਨਾਲ ਸਿਰਜਣਾ ਨਹੀਂ ਕਰਦਾ, ਜਿਹੜਾ ਬ੍ਰਾਹਮਣ ਦੀ ਮਰਜ਼ੀ ਨਾਲ ਨਹੀਂ ਚੱਲਦਾ, ਆਪਣੇ ਆਪ ਚੱਲਦਾ ਹੈ। ਔਰ ਸਾਰੀ ਸ਼ਕਤੀ ਚੱਲਣ ਦੀ, ਬਣਨ ਦੀ, ਮਿਟਣ ਦੀ, ਖਾਣ ਦੀ, ਪੀਣ ਦੀ, ਉਹ ਉਹਦੇ ਵਿੱਚ ਹੈ। ਆਪਣੇ ਆਪ ਕੁਦਰਤ ਦੇ ਨਿਯਮਾਂ ਅਨੁਸਾਰ ਉਹ ਚੱਲ ਰਿਹਾ ਹੈ। ਤਾਂ ਇਹ ਚਰਿੱਤਰ ਅਕਾਲ ਪੁਰਖ ਦਾ ਹੈ। ਇਹਦੇ 'ਚ ਇੱਕ ਸਮਾਨਤਾ ਹੈ। ਸਮਾਨਤਾ ਕੀ ਹੈ? ਕਿ ਜਿਸ ਕਿਸਮ ਦੇ ਤੱਤ ਇਕੱਠੇ ਹੋਣਗੇ, ਉਸੇ ਕਿਸਮ ਦੀ ਚੀਜ਼ ਪੈਦਾ ਹੋਏਗੀ। ਅਗਰ ਚਾਰ ਤੱਤ ਇਕੱਠੇ ਹੁੰਦੇ ਹੈ ਤਾਂ ਪੌਦੇ ਬਣਦੇ ਆ, ਚਾਰ ਤੱਤ ਇਕੱਠੇ ਹੁੰਦੇ ਆ ਤਾਂ ਪੰਛੀ ਬਣਦੇ ਆ, ਚਾਰ ਤੱਤ ਇਕੱਠੇ ਹੁੰਦੇ ਆ ਤਾਂ ਪਸ਼ੂ ਬਣਦੇ ਆ, ਚਾਰ ਤੱਤ ਇਕੱਠੇ ਹੁੰਦੇ ਤਾਂ ਮਰਦ ਤੇ ਔਰਤ ਬਣਦੇ ਆ, ਚਾਰ ਤੱਤ ਇਕੱਠੇ ਹੁੰਦੇ ਆ ਤਾਂ ਮੱਛੀਆਂ, ਕੱਛੂ, ਡੱਡੂ ਬਣਦੇ ਆ। ਜਾਣੀ ਜੇ ਚਾਰ ਤੱਤ ਮਿਲਦੇ ਆ ਤਾਂ ਉਹ ਇੱਕ ਕਿਸਮ ਦੀ ਨਸਲ ਦੇ ਜੀਵ ਪੈਦਾ ਹੁੰਦੇ ਆ। ਅਗਰ ਸੂਖਮ ਤੱਤ ਵੀ ਉਹਦੇ 'ਚ ਅਲੱਗ-ਅਲੱਗ ਕਿਸਮਤ ਨਾਲ ਪ੍ਰਵੇਸ਼ ਕਰ ਜਾਂਦੇ ਆ ਤਾਂ ਉਹਦੀ ਬੁੱਧੀ ਦਾ ਵਿਕਾਸ ਹੁੰਦਾ, ਬੁੱਧੀ ਦੀ ਬਣਤਰ ਜਿਹੜੀ ਆ ਉਹ ਤੇਜ਼ ਹੁੰਦੀ ਹੈ। ਔਰ ਬੁੱਧੀ ਜਿਹੜੀ ਹੈ ਉਹਦੇ ਅੰਦਰ ਇੱਕ ਬੌਧਿਕ ਪੱਧਰ ਹੈ ਜਿਹੜਾ ਉਹ ਉੱਚਾ ਹੁੰਦਾ ਤੁਰਿਆ ਜਾਂਦਾ। ਰੁੱਖਾਂ ਦੇ ਵਿੱਚ ਬੌਧਿਕ ਪੱਧਰ ਕਿੰਨਾ, ਪੰਛੀਆਂ ਦੇ ਵਿੱਚ ਬੌਧਿਕ ਪੱਧਰ ਕਿੰਨਾ, ਪਸ਼ੂਆਂ ਦੇ ਵਿੱਚ ਬੌਧਿਕ ਪੱਧਰ ਕਿੰਨਾ, ਔਰ ਮਨੁੱਖਾਂ ਤੇ ਔਰਤਾਂ ਦੇ ਵਿੱਚ ਬੌਧਿਕ ਪੱਧਰ ਕਿੰਨਾ, ਮੱਛੀਆਂ 'ਚ ਕਿੰਨਾ ਹੈ। ਅਗਰ ਤੁਸੀਂ ਇਹਨੂੰ ਅਲੱਗ-ਅਲੱਗ ਕਰਕੇ ਵੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਜਿਹੜੇ ਸੂਖਮ ਤੱਤ ਹੈ, ਜਿਹੜੀ ਉਹਨਾਂ ਦੀ ਕਲਾਕਾਰੀ ਹੈ, ਉਹ ਜਿੱਥੇ ਜਿੱਥੇ ਜਿਸ ਤਰੀਕੇ ਨਾਲ ਪ੍ਰਵੇਸ਼ ਕਰਦੀ ਹੈ, ਉਸੇ ਤਰ੍ਹਾਂ ਉਹਦੀ ਬਣਤਰ ਬਣਦੀ ਤੁਰੀ ਜਾਂਦੀ ਹੈ। ਇਹ ਇੱਕ ਸਮਾਨ ਜਿਹੜੀ ਪ੍ਰਕਿਰਿਆ ਹੈ, ਇੱਕ ਸਮਾਨ ਅਮਲ ਹੈ। ਧਰਤੀ ਦੇ ਉੱਤੇ ਕਰੋੜਾਂ ਕਰੋੜਾਂ ਕਿਸਮ ਦੇ ਪਸ਼ੂ ਹੈ, ਕਰੋੜਾਂ ਕਿਸਮ ਦੇ ਪੰਛੀ ਹੈ, ਕਰੋੜਾਂ ਕਿਸਮ ਦੇ ਪੌਦੇ ਹੈ, ਕਰੋੜਾਂ ਕਿਸਮ ਦੀ ਹੋਰ ਪੈਦਾਵਾਰ ਹੈ। ਅਗਰ ਉਹਨਾਂ ਦੇ ਅੰਦਰ ਕੋਈ ਜੀਵਨ ਹੈ ਤਾਂ ਇਹਦਾ ਮਤਲਬ ਹੈ ਕਿ ਚਾਰ ਕਿਸਮ ਦੇ ਤੱਤ ਉਹਨਾਂ 'ਚ ਪ੍ਰਵੇਸ਼ ਕਰ ਗਏ, ਜਿਨ੍ਹਾਂ ਨੇ ਜੀਵਨ ਦਿੱਤਾ। ਹਵਾ, ਪਾਣੀ, ਮਿੱਟੀ ਤੇ ਅੱਗ। ਇਹ ਚਾਰ ਜੀਵਨ ਦੇਣ ਵਾਲੇ ਤੱਤ ਹੈ। ਜੀਵਨ ਦੇਣ ਦਾ ਮਤਲਬ ਕੀ ਹੈ? ਕਿ ਜਿਹੜੇ ਧੁੱਪ ਮਹਿਸੂਸ ਕਰਦੇ ਹੋਣ, ਜਿਹੜੇ ਹਵਾ ਲੈਂਦੇ ਹੋਣ, ਜਿਹੜੇ ਸਰਦੀ ਮਹਿਸੂਸ ਕਰਦੇ ਹੋਣ, ਜਿਹੜੇ ਖਾਂਦੇ ਹੋਣ ਕੁਛ ਧਰਤੀ ਤੋਂ, ਕੁਛ ਹਵਾ 'ਚੋਂ, ਕੁਛ ਪਾਣੀ 'ਚੋਂ,
ਜਿਹੜੇ ਕੁਛ ਆਪਣੀ ਹਵਾ ਲੈਂਦੇ ਆ, ਕੁਛ ਛੱਡਦੇ ਆ, ਸਾਹ ਲੈਂਦੇ ਆ, ਇਹ ਸਾਰੇ ਜੀਵ ਇੱਕ ਨਸਲ ਦੇ ਜੀਵ ਹੈ ਜਿਨ੍ਹਾਂ ਨੂੰ 4 ਤੱਤਾਂ ਦੀ ਸਿਰਜਣਾ ਮਿਲੀ ਹੈ। ਇਹ 4 ਤੱਤਾਂ ਦੀ ਸਮਾਨ ਏਕਮਕਾਰ ਇੱਕ ਕਿਸਮ ਦੀ ਰਚਨਾ ਹੈ। ਇਹਦੇ ਚ 5ਵੇਂ ਤੱਤ ਦਾ ਅੰਤਰ ਆਉਂਦਾ। ਜਿਵੇਂ ਅਸੀਂ ਦਿਮਾਗ ਦੀ ਗੱਲ ਕਰੀਏ, ਮੈਂ ਅੱਗੇ ਵੀ ਕਈ ਵਾਰ ਇਹਦੇ ਤੇ ਚਰਚਾ ਕੀਤੀ ਹੈ ਕਿ ਦਿਮਾਗ ਤਾਂ ਪਸ਼ੂਆਂ ਕੋਲ ਵੀ ਹੈ, ਪੰਛੀਆਂ ਕੋਲ ਵੀ, ਆਦਮੀ ਕੋਲ ਵੀ ਹੈ, ਮੱਛੀਆਂ ਕੋਲ ਵੀ ਹੈ, ਕਿਰਲੀਆਂ ਕੋਲ ਵੀ ਹੈ, ਸੁੰਡਾਂ ਕੋਲ ਵੀ ਹੈ। ਜਾਣੀ ਜੋ ਜੀਵ ਪੈਦਾ ਹੁੰਦਾ ਉਹਦੇ ਕੋਲ ਦਿਮਾਗ ਤਾਂ ਹੈ, ਪਰ ਆਦਮੀ ਦਾ ਦਿਮਾਗ ਕਿਸੇ ਕੋਲ ਨਹੀਂ ਹੈ। ਕਿਉਂ? ਕਿਉਂਕਿ ਜਿਹੜਾ ਦਿਮਾਗੀ ਤੱਤ ਹੈ, ਜਾਣੀ ਦਿਮਾਗੀ ਵਿਕਾਸ ਦਾ, ਦਿਮਾਗੀ ਉੱਤਮਤਾ ਦਾ ਤੱਤ ਹੈ, ਜਿਹਨੂੰ ਨਿਊਰੋਨਸ ਕਿਹਾ ਜਾਂਦਾ ਹੈ, ਉਹ ਨਿਊਰੋਨਸ ਜਿਹੜੇ ਦਿਮਾਗ 'ਚ ਜਾਂ ਜਿਹੜੀ ਬੋਡੀ 'ਚ, ਜਿਹੜੇ ਵਜੂਦ ਦੇ ਵਿੱਚ ਜਿੰਨੇ ਜ਼ਿਆਦਾ ਆ ਜਾਣਗੇ ਓਨਾ ਜ਼ਿਆਦਾ ਉਹ ਤੇਜ਼ ਤੇ ਤਿੱਖਾ ਹੋ ਜਾਏਗਾ। ਹਾਥੀ ਦਾ ਦਿਮਾਗ, ਘੋੜੇ ਦਾ ਦਿਮਾਗ, ਕੁੱਤੇ ਦਾ ਦਿਮਾਗ, ਬਾਂਦਰ ਦਾ ਦਿਮਾਗ, ਤੁਸੀਂ ਦੂਜੇ ਪੰਛੀਆਂ ਨਾਲ ਮਿਲਾ ਕੇ ਵੇਖੋ, ਪਸ਼ੂਆਂ ਨਾਲ ਮਿਲਾਓ ਇਹਨਾਂ ਨੂੰ ਦੂਜੇ ਪਸ਼ੂਆਂ ਨਾਲ, ਤੁਹਾਨੂੰ ਸਮਝ ਲੱਗੇਗੀ ਕਿ ਨਿਊਰੋਨ ਜਿਹੜਾ ਹੈ ਉਹ ਵੱਖਰੇ ਵੱਖਰੇ ਦਿਮਾਗਾਂ 'ਚ ਕਿਵੇਂ ਕੰਮ ਕਰਦਾ ਹੈ। ਉਹਨੂੰ ਪੰਛੀਆਂ ਆਦਮੀ ਦੇ ਦਿਮਾਗ ਨਾਲ ਜੋੜ ਕੇ ਦੇਖੋ। ਆਦਮੀ ਦੇ ਦਿਮਾਗ ਦੇ ਮੁਕਾਬਲੇ ਤੇ ਦੁਨੀਆ ਦਾ ਕੋਈ ਪਸ਼ੂ, ਕੋਈ ਪੰਛੀ, ਕੋਈ ਪੌਦਾ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਨਿਊਰੋਨਸ ਜਿਹੜੇ ਹੈ ਉਹਨਾਂ ਦੀ ਸਭ ਤੋਂ ਤਾਕਤਵਰ ਬਣਤਰ ਜਿਹੜੀ ਹੈ ਉਹ ਮਨੁੱਖੀ ਦਿਮਾਗ ਦੇ ਉੱਤੇ ਪ੍ਰਵੇਸ਼ ਕਰਦੀ ਹੈ। ਮਨੁੱਖੀ ਦਿਮਾਗ 'ਚ ਉਹ ਵਿਕਸਿਤ ਹੁੰਦੀ ਹੈ। ਜਿਉਂ ਜਿਉਂ ਇਹ ਘਟਦੀ ਜਾਂਦੀ ਹੈ ਤਿਉਂ ਤਿਉਂ ਲੱਛਣ ਬਦਲਦੇ ਜਾਂਦੇ ਆ। ਪੌਦਿਆਂ ਦੇ ਲੱਛਣ ਕਿਉਂ ਬਦਲ ਗਏ? ਦਿਮਾਗੀ ਘਾਟ ਕਰਕੇ। ਉਹ ਤੁਰ ਨਹੀਂ ਸਕਦੇ, ਉਹ ਹਿੱਲ ਨਹੀਂ ਸਕਦੇ, ਇੱਕ ਥਾਂ ਤੋਂ ਦੂਸਰੀ ਥਾਂ ਨਹੀਂ ਜਾ ਸਕਦੇ। ਇਹ ਸਮਾਨਤਾ ਹੈ। ਪੰਛੀ ਉੱਡ ਸਕਦੇ, ਇਹ ਸਮਾਨਤਾ ਹੈ। ਪਸ਼ੂ ਆ ਜਿਹੜੇ ਉਹ ਧਰਤੀ ਤੇ ਤੁਰ ਸਕਦੇ ਆ, ਇਹ ਉਹਨਾਂ ਦੀ ਸਮਾਨਤਾ ਹੈ। ਆਦਮੀ ਚੰਦ ਤੋਂ ਮੰਗਲ ਤੱਕ ਜਾ ਸਕਦਾ ਔਰ ਉਹ ਉੱਤੇ ਜਾਣ ਦੀਆਂ ਤਿਆਰੀਆਂ 'ਚ ਆਓ, ਇਹ ਇਹਨਾਂ ਦੀ ਮਨੁੱਖ ਦੀ ਸਮਾਨਤਾ ਹੈ। ਔਰਤਾਂ ਵੀ ਬਰਾਬਰ ਜਾ ਰਹੀਆਂ, ਇਹ ਉਹਨਾਂ ਦੀ ਸਮਾਨਤਾ ਹੈ। ਤਾਂ ਇਹਨਾਂ ਦੇ ਵਿਚਕਾਰ ਜਿਹੜੀ ਸਮਾਨਤਾ ਉਹ ਕੀ ਹੈ? ਨਿਊਰੋਨ ਦੀ। ਜਿੰਨੇ ਨਿਊਰੋਨ ਦੀ ਗਿਣਤੀ ਵੱਧ ਹੋਏਗੀ ਓਨਾ ਤੇਜ਼ ਤਿੱਖਾ ਦਿਮਾਗ ਵਿਕਸਿਤ ਹੋਏਗਾ। ਏਕਮਕਾਰ ਜਾਣੀ ਅਕਾਲ ਪੁਰਖੀ ਸਿਧਾਂਤ ਦੇ ਵਿੱਚ ਜਦੋਂ ਕੋਈ ਚੀਜ਼ ਸਮਾਨ ਤੱਤਾਂ ਨਾਲ ਪੈਦਾ ਹੋਏਗੀ ਤਾਂ ਉਹਦੇ 'ਚ ਸਮਾਨਤਾ ਆਏਗੀ। ਇਹ ਪੱਥਰਾਂ 'ਚ ਕਿਉਂ ਨਹੀਂ? ਇਹ ਪੱਥਰਾਂ 'ਚ ਕਿਉਂ ਨਹੀਂ ਹੈ? ਪੱਥਰ ਨਾ ਖਾਂਦਾ ਹੈ, ਨਾ ਪੀਂਦਾ ਹੈ, ਨਾ ਇਹ ਜ਼ਿਆਦਾ ਗਰਮੀ ਸਰਦੀ ਮਹਿਸੂਸ ਕਰਦਾ ਹੈ। ਤਾਂ ਇਹਨਾਂ ਦੀ ਸਮਾਨਤਾ ਪੱਥਰ ਦੀ ਉਹ ਹੋਏਗੀ ਜਿਹੜੀ ਕੁਦਰਤ ਦੇ ਵਾਤਾਵਰਨ ਨੇ ਪੈਦਾ ਕਰਕੇ ਉਹਨੂੰ ਵਿਚਕਾਰ ਲਿਆ ਕੇ ਖੜਾ ਕਰ ਲਿਆ ਔਰ ਉਸ ਵਾਤਾਵਰਨ ਅਨੁਸਾਰ ਉਸ ਪੱਥਰ ਦੀ ਸਮਾਨਤਾ ਬਣੇਗੀ।
ਔਰ ਇਹਨਾਂ ਸਾਰੀਆਂ ਗੱਲਾਂ ਤੋਂ ਅੱਗੇ ਜਾ ਕੇ ਜਿਹੜਾ ਸਹੀ ਨਿਰਣਾ ਅਸੀਂ ਕੱਢ ਸਕਦੇ ਹਾਂ ਕਿ ਅਕਾਲ ਪੁਰਖੀ ਸਿਧਾਂਤ ਦੇ ਵਿੱਚ ਕੋਈ ਬ੍ਰਾਹਮਣ ਨਹੀਂ, ਕੋਈ ਵੈਸ਼ ਨਹੀਂ, ਕੋਈ ਸ਼ੂਦਰ ਨਹੀਂ, ਕੋਈ ਖੱਤਰੀ ਨਹੀਂ, ਕੋਈ ਔਰਤ ਨਹੀਂ ਹੈ। ਸਾਰੇ ਦੇ ਸਾਰੇ ਸਮਾਨ ਤੱਤਾਂ ਦੀ ਸਿਰਜਣਾ ਹੈ। ਉਹ ਪੈਦਾ ਹੋ ਜਾਣ ਪਹਾੜ ਤੇ, ਉਹ ਪੈਦਾ ਹੋ ਜਾਣ ਸਮੁੰਦਰ 'ਚ, ਉਹ ਪੈਦਾ ਹੋ ਜਾਣ ਜੰਗਲ 'ਚ, ਉਹ ਪੈਦਾ ਹੋ ਜਾਣ ਮਾਰੂਥਲ 'ਚ, ਉਹ ਪੈਦਾ ਹੋ ਜਾਣ ਕਿਤੇ ਵੀ ਧਰਤੀ ਦੇ ਕਿਸੇ ਵੀ ਹਿੱਸੇ 'ਚ, ਉਹ ਮਨੁੱਖ ਹੀ ਹੋਣਗੇ। ਪਰ ਮਨੁੱਖਾਂ ਦੇ ਵਿਚਕਾਰ ਇੱਕ ਹੋਰ ਅਸਮਾਨਤਾ, ਇੱਥੇ ਅਸਮਾਨਤਾ ਕਹਿ ਰਿਹਾ ਮੈਂ, ਧਿਆਨ ਰੱਖਣਾ, ਇੱਕ ਅਸਮਾਨਤਾ ਬਣੀ ਰਹੇਗੀ ਕਿ ਉਹਦੇ ਦਿਮਾਗ ਦੇ ਵਿਕਾਸ ਦੇ ਕਿੰਨੇ ਪ੍ਰਬੰਧ ਕੁਦਰਤ ਨੇ ਉਸ ਮਾਹੌਲ 'ਚ ਕੀਤੇ ਹੋਏ ਆ, ਇਹ ਉਹਦੀ ਅਸਮਾਨਤਾ ਨੂੰ ਬਣਾਈ ਰੱਖਣਗੇ। ਜਦੋਂ ਹੀ ਉਸ ਮਾਹੌਲ 'ਚੋਂ ਨਿਕਲ ਕੇ ਦੂਸਰੇ ਮਾਹੌਲ ਦੇ ਵਿੱਚ ਕੋਈ ਜਾਏਗਾ ਤਾਂ ਉਹਦੇ ਅੰਦਰਲੇ ਗੁਣ ਜਿਹੜੇ ਆ ਉਹ ਸਮਾਨ ਗੁਣਾਂ ਵੱਲ ਵੱਧ ਜਾਣਗੇ। ਕਿਸੇ ਜੰਗਲ ਦੇ ਆਦਮੀ ਨੂੰ ਤੁਸੀਂ ਪਿੰਡ 'ਚ ਲਿਆਓ ਤਾਂ ਹੌਲੀ 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 ਉਹ ਇੱਕ ਆਮ ਆਦਮੀ ਦੀ ਤਰ੍ਹਾਂ ਰਹਿਣ ਲੱਗੇਗਾ। ਕਿਸੇ ਆਦਮੀ ਦੇ ਬੱਚੇ ਨੂੰ ਤੁਸੀਂ ਜੰਗਲ 'ਚ ਛੱਡਾਓ, ਪਸ਼ੂ ਪੰਛੀਆਂ ਛੱਡਾਓ, ਤਾਂ ਉਹ ਆਦਮੀ ਨਹੀਂ ਰਹੇਗਾ, ਉਹ ਪਸ਼ੂ ਪੰਛੀਆਂ ਦੀ ਤਰ੍ਹਾਂ ਹਰਕਤਾਂ ਕਰੇਗਾ। ਏਕਮਕਾਰ ਦਾ ਅਰਥ ਇੰਨਾ ਸਰਲ ਵੀ ਨਹੀਂ ਹੈ, ਪਰ ਜਦੋਂ ਤੁਸੀਂ ਇਹਨੂੰ ਚਾਰੋਂ ਪਾਸੇ ਹਰ ਪਹਿਲੂ ਤੋਂ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਏਕਮਕਾਰ ਨਜ਼ਰ ਆਏਗਾ, ਸਮਾਨਤਾ ਨਜ਼ਰ ਆਏਗੀ। ਅਕਾਲ ਪੁਰਖੀ ਸਿਧਾਂਤ ਜਾਂ ਪਾਰ ਬ੍ਰਹਮੀ ਸਿਧਾਂਤ ਜਿਹੜਾ ਹੈ ਉਹ ਪਰਮਾਤਮਾ ਦੇ ਸਿਧਾਂਤ ਨੂੰ ਕੱਟਦਾ ਹੈ, ਕਿਉਂਕਿ ਆਤਮਾ ਕੋਈ ਚੀਜ਼ ਨਹੀਂ ਹੈ। ਪਰਮਾਤਮਾ ਦੀ ਆਤਮਾ ਬਿਨਾਂ ਹੋਂਦ ਨਹੀਂ ਹੈ। ਇਸ ਕਰਕੇ ਜਦੋਂ ਪਰਮਾਤਮਾ ਦੀ ਆਤਮਾ ਬਿਨਾਂ ਕੋਈ ਹੋਂਦ ਨਹੀਂ ਤੇ ਅਕਾਲ ਪੁਰਖ ਦੀ ਕੋਈ ਆਤਮਾ ਨਹੀਂ, ਇਸ ਕਰਕੇ ਅਕਾਲ ਪੁਰਖ ਦੀ ਆਤਮਾ ਨਾ ਹੋਣ ਕਾਰਨ ਇਹਦੇ 'ਚ ਗੈਰ ਕੁਦਰਤੀ, ਗੈਰ ਪਾਰ ਬ੍ਰਹਮੀ ਵਰਤਾਰਾ ਨਹੀਂ ਚੱਲ ਸਕਦਾ। ਜੋ ਕੁਦਰਤੀ ਵਰਤਾਰੇ ਦੇ ਗੁਣ ਹੈ ਉਹਨਾਂ ਤੋਂ ਉਲਟ ਕੁਛ ਨਹੀਂ ਚੱਲ ਸਕਦਾ। ਅਗਰ ਕੋਈ ਵੱਡੀ ਦੁਰਘਟਨਾ ਵਾਪਰਦੀ ਹੈ ਧਰਤੀ ਦੇ ਉੱਤੇ ਔਰ ਉਹਦਾ ਕਾਰਨ ਜਾਂ ਤਾਂ ਕੁਦਰਤ ਹੋ ਸਕਦੀ ਹੈ ਜਾਂ ਫਿਰ ਆਦਮੀ ਹੋ ਸਕਦਾ। ਆਦਮੀ ਵੀ ਉਹੀ ਲੱਛਣ ਕਰੇਗਾ ਜਿਹੜੇ ਪਾਰ ਬ੍ਰਹਮ ਦੇ ਲੱਛਣ ਹੈ। ਬ੍ਰਹਮੰਡੀ ਲੱਛਣ ਹੈ ਜਿਹੜੇ ਉਹ ਆਦਮੀ ਦੇ ਲੱਛਣਾਂ ਨਾਲ ਹੈ ਜੁੜੇ ਹੋਏ ਆ। ਆਦਮੀ ਬਹੁਤ ਡੂੰਘਾ ਉਤਰ ਰਿਹਾ ਸਾਰੀ ਚੀਜ਼ ਦੇ ਵਿੱਚ। ਤਾਂ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣ ਦੇ ਲਈ ਇਹ ਸਾਰਾ ਵਿਸ਼ਾ ਲਿਆ ਹੈ ਉਹ ਇਹੋ ਹੈ ਕਿ ਤੁਸੀਂ ਅਕਾਲ ਪੁਰਖੀ, ਪਾਰ ਬ੍ਰਹਮੀ, ਅਕਾਲ ਮੂਰਤੀ, ਪ੍ਰਵਦਗਾਰੀ, ਅਨੰਤ ਬੇਅੰਤੀ, ਸਵੈ ਚਲਿਤ, ਆਪਣੇ ਆਪ ਵਰਤਦਾ, ਗੁਣੀ ਸਿਧਾਂਤ, ਜਦ ਇਹਨੂੰ ਸਮਝੋਗੇ ਤਾਂ ਤੁਹਾਨੂੰ ਏਕਮਕਾਰੀ ਸਿਧਾਂਤ ਦੀ ਸਮਝ ਪਏਗੀ, ਅਕਾਲ ਪੁਰਖੀ ਸਮਝ ਪਏਗੀ, ਅਜੂਨੀ ਦੀ ਸਮਝ ਪਏਗੀ। ਅਜੂਨੀ ਹੈ, ਜੂਨੀ ਨਹੀਂ ਹੈ ਤਾਂ ਜੂਨੀ ਕਿਵੇਂ ਆ ਗਈ? ਜੂਨੀ ਦਾ ਮਤਲਬ ਹੈ ਕਿ ਮੈਂ, ਜਿਵੇਂ ਆਪਾਂ ਮਨੁੱਖ ਦੇ ਜਨਮ 'ਚ ਇਸ ਵੇਲੇ, ਔਰ ਪਸ਼ੂ ਵੀ ਮਨੁੱਖ ਦੇ ਜਿਹੜੇ ਜੀਵ ਦੇ ਜਨਮ 'ਚ,
जब जी रहे हैं दोने खा रहे हैं, पी रहे हैं, महसूस कर रहे हैं। जब मर जावांगे तो ये धरती, ये अग्नि, ये मिट्टी, ये पानी ਜਿਹੜਾ ਇਹਨਾਂ ਦਾ ਹਿੱਸਾ ਹੈ ਉਹ ਵੰਡਿਆ ਜਾਏਗਾ, ਆਪਣੇ ਆਪ ਵੰਡਿਆ ਜਾਏਗਾ। ਜਦੋਂ ਚਾਰਾਂ ਤੱਤਾਂ ਦਾ ਹਿੱਸਾ ਵੰਡਿਆ ਜਾਏਗਾ, पानी पानी चला जाएगा, हवा हवा चली जाएगी, अग्नि अग्नि चली जाएगी, मिट्टी मिट्टी चली जाएगी, बाकी तत्तां च रल जाणगे तो आत्मा कित्थे बचेगी? किहड़ी आत्मा बचेगी? जद आत्मा नहीं है कोई तो ये परमात्मा वाला सिद्धांत किवें हो गया? आत्मा तो अजूनी जून वार वार जून आत्मा लेंदी है। धरती की कोई शै दोबारा जन्म नहीं लेंदी। अगर वो जन्म लवे तो वो किसी होर आकार च, होर रूप च, होर शक्ल दे विच अपने आप सहज अवस्था दे विच दूजियां चीज़ां नाल मिल के एक नवा रूप अख्तियार कर दिया। ये जूनी है। ये सारी जूनी है। अजूनी का मतलब यह है कि कोई आत्मा नहीं है। आत्मा होवे तो अमर होवे, अमर होवे तो बार बार जन्म लवे। परमात्मा तो अमर, परमात्मा अमर है, आत्मा करके अमर है और बार बार जन्म ले रहा। कित्थे जन्म ले रहा कोई पता नहीं। केड़ी आत्मा च केड़ी आत्मा फिरदी तुरी कोई पता नहीं। कोई दस भी नहीं सकता, कोई देख भी नहीं सकता, कोई सुन भी नहीं सकता। पर अकाल पुरख दी जो जूनी तो रहता, मौत तो रहता है, सहज अवस्था च अपने आप बदल रहा है, वरत रहा है, मिट रहा है, बन रहा है। उसका सिद्धांत वखरा है। वो तो आत्मा परमात्मा वाला सिद्धांत ही नहीं होता था। ये उसका चरित्र है। जानी इत्थे मनुख है जिहड़ा वो केंद्र च खड़ोता है। एक तरफ परमात्मा का चरित्र खड़ोता है, दूसरे पासे उहदे अकाल पुरखी जिहड़ा हैगा सिद्धांत खड़ोता है। जे आदमी परमात्मा दे चरित्र अनुसार रहे तो उन्होंने जिंदगी च कुछ भी करने की जरूरत नहीं है। जो परमात्मा ने लिख दिता ਉਹੀ कुछ वापरता रहता। आदमी ਨੂੰ जरूरत ही नहीं हथ पल्ला मारन दी। जे परमात्मा की मर्जी नाल ही सारा कुछ होया है तो आदमी ਨੂੰ जन्म लैके फिर ਉਹੀ कुछ करने की जरूरत पैगी जिहदे नाल ਉਹ आदमी बनता। जिथों तक निरंकारी निरंजनी सिद्धांत है, कालपुरखी सिद्धांत है, पारब्रह्मी सिद्धांत है, एक ऐसा सिद्धांत है जिहदा बनना ते मिटना मरना कोई निश्चित सिद्धांत नहीं है। कदों मिट जाना, कदों मर जाना, कदों किसी होर आकार रूप दे विच ऐस मिट्टी ने दूजी मिट्टी चली जाना है। धुप तो उन्होंने उही मिलनी है, पानी उन्होंने उही मिलना है, मिट्टी उन्होंने उही मिलनी है, हवा उन्होंने उही मिलनी है। और जिथे जाके कुदरत दे नियमानुसार कोई चीज़ आपस विच ही तालमेल पैदा कर दिया है तो उहदे चों नवा आकार जन्म लैंदा। ये तो जूनी नाल कोई लेना देना ही नहीं, आत्मा नाल कोई लेना देना ही नहीं। उहदा
ਇਹਦਾ ਮਤਲਬ ਹੈ ਕਿ ਆਦਮੀ ਨੂੰ ਮੁਕਤ ਕਰਦਾ ਹੈ ਅਕਾਲ ਪੁਰਖੀ ਸਿਧਾਂਤ, ਪਰ ਬ੍ਰਹਮੀ ਸਿਧਾਂਤ। ਇਹ ਅਨੰਤ ਬੇਅੰਤ ਸਿਧਾਂਤ ਹੈ ਜਿਹੜਾ ਇਹ ਮਨੁੱਖ ਨੂੰ ਮੁਕਤ ਕਰਦਾ ਹੈ। ਪਰਮਾਤਮਾ ਵਾਲਾ ਆਦਮੀ ਜਿਹੜਾ ਹੈ ਉਹਨੂੰ ਸੋਚਣ ਦੀ ਜ਼ਰੂਰਤ ਨਹੀਂ, ਉਹਨੂੰ ਸਮਝਣ ਦੀ ਜ਼ਰੂਰਤ ਨਹੀਂ, ਉਹਨੂੰ ਗਿਆਨ ਦੀ ਜ਼ਰੂਰਤ ਨਹੀਂ। ਉਹ ਅੱਖਾਂ ਬੰਦ ਕਰਕੇ ਚੱਲੇ ਜਾਂ ਖੋਲ ਕੇ ਚੱਲੇ, ਉਹਦੇ ਤੇ ਕੋਈ ਅਸਰ ਨਹੀਂ ਇਹਨਾਂ ਚੀਜ਼ਾਂ ਦਾ। ਪਰ ਜਿਹੜਾ ਅਕਾਲ ਪੁਰਖੀ ਸਿਧਾਂਤ 'ਚ ਖੜਾ ਆਦਮੀ, ਉਹ ਤਾਂ ਦੇਖੇਗਾ, ਉਹ ਸੁਣੇਗਾ, ਉਹ ਮਹਿਸੂਸ ਕਰੇਗਾ, ਉਹ ਅਹਿਸਾਸ ਕਰੇਗਾ, ਉਹਦੇ ਤੇ ਸੋਚੇਗਾ, ਉਹ ਕਿਸੇ ਨੂੰ ਸੁਣੇਗਾ, ਕਿਸੇ ਨੂੰ ਪੜ੍ਹੇਗਾ, ਕਿਸੇ ਨੂੰ ਸੁਣਾਏਗਾ, ਕਿਸੇ ਦੇ ਮਹਾਨ ਗਿਆਨ ਨੂੰ ਹਾਸਲ ਕਰੇਗਾ। ਜੋ ਜੋ ਗਿਆਨ ਹਾਸਲ ਕਰਦਾ ਜਾਏਗਾ ਤਾਂ ਪਾਰ ਬ੍ਰਹਮ ਦੇ ਕਰੀਬ ਚਲਾ ਜਾਏਗਾ। ਉਹ ਪਸ਼ੂ ਨਹੀਂ ਰਹੇਗਾ, ਉਹ ਪੱਥਰ ਨਹੀਂ ਰਹੇਗਾ, ਉਹ ਅਸਲੀ ਮਨੁੱਖ ਬਣ ਕੇ ਜੀਵਨ ਜੀਏਗਾ। ਔਰ ਅਸਲੀ ਮਨੁੱਖ ਬਣ ਕੇ ਜਦੋਂ ਜੀਵਨ ਜੀਏਗਾ, ਅਗਰ ਉਹ ਔਗਣ ਜਿਹੜੇ ਆ ਉਹਨਾਂ ਵੱਲ ਜ਼ਿਆਦਾ ਕੇਂਦਰਿਤ ਰਹੇਗਾ ਤਾਂ ਉਹ ਬਰਬਾਦੀ ਕਰੇਗਾ। ਜਿਵੇਂ ਬ੍ਰਾਹਮਣ ਹੈ, ਬ੍ਰਾਹਮਣ ਦੇ ਸਾਰੇ ਸਿਧਾਂਤ ਵਿੱਚ ਬਰਬਾਦੀ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈ, ਭਲਾਈ ਦਾ ਉਹਦਾ ਕੋਈ ਸਿਧਾਂਤ ਨਹੀਂ ਹੈ। ਔਰ ਉਹਦਾ ਸਾਰਾ ਇਤਿਹਾਸ ਕਹਿੰਦਾ ਕਿ ਉਹਨੇ ਕਦੇ ਚੰਗਾ ਕੰਮ ਨਹੀਂ ਕੀਤਾ। ਇਹਦਾ ਮਤਲਬ ਪਰਮਾਤਮਾ ਦਾ ਸਿਧਾਂਤ ਹੈ ਜਿਹੜਾ, ਉਹ ਚੰਗੇ ਕੰਮ ਕਰਨ ਦਾ ਸਿਧਾਂਤ ਨਹੀਂ ਹੈ, ਸੋਚਣ ਦਾ ਸਿਧਾਂਤ ਨਹੀਂ ਹੈ, ਅਕਲ ਤੋਂ ਕੰਮ ਲੈਣ ਦਾ ਸਿਧਾਂਤ ਨਹੀਂ ਹੈ, ਵਿਚਾਰਨ ਦਾ ਸਿਧਾਂਤ ਨਹੀਂ ਹੈ, ਭਲੇ ਬੁਰੇ ਦੇ ਵਿੱਚ ਅੰਤਰ ਕਰਨ ਦਾ ਸਿਧਾਂਤ ਨਹੀਂ ਹੈ, ਚੰਗੇ ਮਾੜੇ ਦੇ ਵਿੱਚ ਅੰਤਰ ਕਰਨ ਦਾ ਸਿਧਾਂਤ ਨਹੀਂ ਹੈ, ਸਹੀ ਰਸਤੇ ਤੇ ਜਾਣ ਦਾ ਸਿਧਾਂਤ ਨਹੀਂ ਹੈ। ਪਰ ਜਿਹੜਾ ਅਕਾਲ ਪੁਰਖੀ ਸਿਧਾਂਤ ਹੈ ਉਹਦੇ 'ਚ ਸੋਚ ਸਮਝ ਕੇ ਗਿਆਨ ਹਾਸਲ ਕਰਕੇ ਔਰ ਆਪਣੀ ਬੁੱਧੀ ਤੋਂ ਕੰਮ ਲੈ ਕੇ ਬੁੱਧੀਮਾਨ ਮਨੁੱਖ ਬਣ ਕੇ ਸਹੀ ਦਿਸ਼ਾ ਜਾ ਕੇ ਮਨੁੱਖਤਾ ਦੇ ਭਲੇ ਦਾ ਕੰਮ ਕਰਨ ਵਾਲਾ ਅਕਾਲ ਪੁਰਖੀ ਸਿਧਾਂਤ ਨੂੰ ਮੰਨਦਾ ਹੈ। ਇੱਥੇ ਇਕੱਲਾ ਪਰਮਾਤਮਾ ਜਾਂ ਅਕਾਲ ਪੁਰਖ ਦਾ ਮਸਲਾ ਨਹੀਂ ਹੈ। ਬਾਣੀ ਤੇ ਬ੍ਰਾਹਮਣ ਦੇ ਪਰਮਾਤਮਾ ਵਿਚਕਾਰ ਇਕੱਲਾ ਪੂਜਾ ਦਾ ਮਸਲਾ ਨਹੀਂ ਹੈ, ਜਨਮ ਮਰਨ ਦਾ ਚੱਕਰ ਨਹੀਂ ਹੈ। ਅਸਲ ਜੇ ਇਹਨੂੰ ਸਹੀ ਤਰੀਕੇ ਨਾਲ ਹੋਰ ਜ਼ਿਆਦਾ ਵਿਆਖਿਆ ਕੀਤੀ ਜਾਏ, ਸਹੀ ਤਰੀਕੇ ਨਾਲ ਇਹਨੂੰ ਹੋਰ ਜ਼ਿਆਦਾ ਸਮਾਂ ਦੇ ਕੇ ਇਹਨੂੰ ਸਮਝਣ ਦਾ ਯਤਨ ਕੀਤਾ ਜਾਏ ਤਾਂ ਅਸਲੀਅਤ ਇਹ ਹੈ ਕਿ ਇੱਕ ਥਾਂ ਖੜੋਤਾ ਹੋਇਆ ਪੱਥਰ ਆਦਮੀ ਹੈ ਔਰ ਦੂਸਰੀ ਥਾਂ ਇੱਕ ਬੁੱਧੀਮਾਨ ਮਨੁੱਖ ਹੈ ਜਿਹੜਾ ਧਰਤੀ ਦਾ ਕੁਝ ਸਵਾਰ ਸਕਦਾ ਹੈ, ਜੋ ਭਲਾ ਕਰ ਸਕਦਾ ਹੈ, ਜੋ ਦੂਜਿਆਂ ਦਾ ਵੀ ਸਵਾਰ ਸਕਦਾ ਹੈ, ਆਪਣਾ ਵੀ ਸਵਾਰ ਸਕਦਾ ਹੈ, ਧਰਤੀ ਦਾ ਵੀ ਸਵਾਰ ਸਕਦਾ ਹੈ, ਕੁਦਰਤ ਦਾ ਵੀ ਸਵਾਰ ਸਕਦਾ। ਔਰ ਇੱਕ ਤਰਫ ਉਹ ਆਦਮੀ ਹੈ ਜਿਹੜਾ ਨਾ ਆਪਣਾ ਸਵਾਰ ਸਕਦਾ ਹੈ, ਨਾ ਪਰਿਵਾਰ ਦਾ ਸਵਾਰ ਸਕਦਾ ਹੈ, ਨਾ ਉਹ ਧਰਤੀ ਦਾ ਸਵਾਰ ਸਕਦਾ। ਜਦੋਂ ਭਜਨ ਕਰਦਾ ਆਦਮੀ, ਉਹਦੇ ਬਾਰੇ ਇੱਕ ਗੱਲ ਆਮ ਜਿਹੜੀ ਕਹੀ ਜਾਂਦੀ ਉਹ ਇਹ ਹੈ ਕਿ ਉਹ ਆਪਣਾ ਜੀਵਨ ਸਵਾਰ ਰਿਹਾ। ਅਕਾਲ ਪੁਰਖੀ ਸਿਧਾਂਤ ਦੇ ਵਿੱਚ ਕੀ ਹੈ ਕਿ ਜਿਹੜਾ ਆਦਮੀ ਇਹਨੂੰ ਸਮਝਦਾ, ਉਹ ਗਿਆਨ ਨੂੰ ਸਮਝਦਾ, ਉਹ ਵਿਚਾਰ ਨੂੰ ਸਮਝਦਾ, ਉਹ ਸੋਚ ਨੂੰ ਸਮਝਦਾ, ਉਹਦੇ ਅੰਦਰ ਸਮਝਦਾਰੀ ਪੈਦਾ ਹੁੰਦੀ ਹੈ, ਬੁੱਧੀ ਪੈਦਾ ਹੁੰਦੀ ਹੈ। ਔਰ ਬੁੱਧੀ ਪੈਦਾ ਕਰਨ ਤੋਂ ਬਾਅਦ ਜਦੋਂ ਉਹ ਮਨੁੱਖ ਦੂਜਿਆਂ ਦੇ ਭਲੇ ਦਾ ਕੰਮ ਕਰਦਾ ਹੈ ਤਾਂ ਇਹ ਅਕਾਲ ਪੁਰਖੀ ਸਿਧਾਂਤ ਬਣ ਜਾਂਦਾ ਹੈ। ਜਾਣੀ ਇੱਕ ਪਾਸੇ ਮਨੁੱਖ ਪੱਥਰ ਹੈ, ਨਿਰਾ ਪੱਥਰ ਹੈ, ਦੂਸਰੇ ਪਾਸੇ ਮਨੁੱਖ ਬੁੱਧੀਮਾਨ ਹੈ। ਦੋਨਾਂ ਦੇ ਵਿਚਕਾਰੋਂ ਜਿਹੜੀ ਚੋਣ ਕਰਨੀ ਹੈ ਮਨੁੱਖ ਨੇ, ਇਹ ਉਹੀ ਮਨੁੱਖ ਕਰ ਸਕਦਾ ਹੈ ਜਿਹਦੀ ਸਮਝਦਾਰੀ ਵਿਕਸਿਤ ਹੋ ਜਾਂਦੀ ਹੈ, ਦੂਸਰਾ ਮਨੁੱਖ ਨਹੀਂ ਕਰ ਸਕਦਾ। ਤਾਂ ਮੈਂ ਅੰਤ ਵਿੱਚ ਇਹੀ ਕਹੂੰਗਾ ਕਿ ਅਕਾਲ ਪੁਰਖੀ ਸਿਧਾਂਤ ਔਰ ਪਰਮਾਤਮਾ ਦੇ ਵਿਚਕਾਰ
ਆਤਮਾ ਵਿਚਕਾਰ ਤੇ ਬੁੱਧੀ ਦੇ ਵਿਚਕਾਰ ਇਹੀ ਅੰਤਰ ਹੈ ਜਿਹੜਾ ਅਸੀਂ ਅਜੇ ਤੱਕ ਸਮਝਣ ਦਾ ਯਤਨ ਨਹੀਂ ਕੀਤਾ। ਔਰ ਸਮਝਣ ਦਾ ਯਤਨ ਕਰਾਂਗੇ। ਬਹੁਤ ਸਾਰੇ ਲੋਕ ਜਿਹੜੇ ਹੈ ਉਹ ਇਹਦੇ ਤੇ ਅਕਸਰ ਚਰਚਾ ਕਰਦੇ ਰਹਿੰਦੇ ਆ, ਪਰ ਕੁਝ ਬੁਨਿਆਦੀ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਮਝਣਾ ਸੋਚਣਾ ਜ਼ਰੂਰੀ ਹੁੰਦਾ ਹੈ, ਤਾਂ ਉਹ ਗੱਲਾਂ ਅਸੀਂ ਨਹੀਂ ਕਰਦੇ। ਇਸ ਕਰਕੇ ਅਸੀਂ ਝੰਜਟ ਵਿੱਚ ਫਸੇ ਰਹਿੰਦੇ ਹਾਂ ਔਰ ਸਾਡੀ ਜ਼ਿੰਦਗੀ ਦਾ ਬਹੁਤਾ ਹਿੱਸਾ ਇਸੇ ਖਲ ਜਗਣ ਦੇ ਵਿੱਚ ਖਤਮ ਹੋ ਜਾਂਦਾ ਹੈ। ਅਸੀਂ ਨਾ ਆਪਣਾ ਭਲਾ ਕਰਦੇ ਹਾਂ, ਨਾ ਆਪਣੇ ਪਰਿਵਾਰ ਦਾ ਭਲਾ ਕਰਦੇ ਹਾਂ, ਨਾ ਆਪਣੇ ਸਮਾਜ ਦਾ ਭਲਾ ਕਰਦੇ ਹਾਂ, ਨਾ ਅਸੀਂ ਧਰਤੀ ਦਾ ਭਲਾ ਕਰਦੇ ਹਾਂ, ਨਾ ਅਸੀਂ ਕੁਦਰਤ ਦਾ ਭਲਾ ਕਰਦੇ ਹਾਂ। ਔਰ ਸਾਰੇ ਬ੍ਰਹਿਮੰਡ ਨੂੰ ਅਸੀਂ ਆਪਣੇ ਵਿੱਚੋਂ ਦੇਖ ਤੱਕ ਨਹੀਂ ਸਕਦੇ। ਇਹ ਅਕਾਲ ਪੁਰਖੀ ਸਿਧਾਂਤ ਹੈ ਜਿਹੜਾ ਇਹ ਉਹਦੀ ਵਿਆਖਿਆ ਕਰਦਾ ਹੈ। ਅਗਰ ਤੁਸੀਂ ਇਸ ਸਿਧਾਂਤ ਨੂੰ ਪ੍ਰਮਾਤਮਾ ਤੇ ਆਤਮਾ ਦੇ ਸਿਧਾਂਤ ਜਾਂ ਨਰਕ ਸੁਰਗ ਦੇ ਸਿਧਾਂਤ 'ਚ ਜੁਨੀ ਅਜੂਨੀ ਦੇ ਚੱਕਰ 'ਚ ਖੜਾ ਕਰਕੇ ਸਮਝਣ ਦਾ ਯਤਨ ਕਰੋਗੇ ਤਾਂ ਮੇਰਾ ਖਿਆਲ ਹੈ ਤੁਸੀਂ ਬਿਹਤਰ ਸਮਝੋਗੇ ਉਹਨਾਂ ਸਾਰੇ ਬ੍ਰਹਮ ਗਿਆਨੀਆਂ ਤੋਂ ਜਿਹੜੇ ਆਪਣੇ ਆਪ ਨੂੰ ਰੱਬ ਦੇ ਫਰਜ਼ੰਦ ਕਹਾਉਂਦੇ ਆ। ਉਹਨਾਂ ਤੋਂ ਕਿਤੇ ਬਿਹਤਰ ਸਮਝੋਗੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਗੁਰੂ ਫਤਿਹ।